ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਵੀਡੀਓ ਦੀ ਜੋ ਵਿਚਿੱਤਰ ਨਾਟਕ ਉੱਤੇ ਚੱਲ ਰਹੀ ਹੈ, ਅੱਜ ਦਾ ਜੋ ਪ੍ਰਸੰਗ ਹੈ ਉਹ ਹੈ ਕ੍ਰਿਸ਼ਨਾ ਅਵਤਾਰ। 24 ਅਵਤਾਰਾਂ ਦੀ ਕਥਾ ਵਿੱਚ ਕ੍ਰਿਸ਼ਨਾ ਅਵਤਾਰ ਦੀ ਜਿਹੜੀ ਕਥਾ ਹੈ ਉਹ ਸਭ ਤੋਂ ਲੰਮੀ ਹੈ। ਇਹ ਜਿਹੜਾ ਗ੍ਰੰਥ ਡਾਕਟਰ ਰਤਨ ਸਿੰਘ ਜੱਗੀ ਜੀ ਨੇ ਅਰਥਾਂ ਸਮੇਤ ਲਿਖਿਆ 2648 ਪੰਨੇ ਵਾਲਾ, ਉਹਦੇ ਵਿੱਚ ਕੋਈ 396 ਪੰਨੇ ਇਸ ਕਥਾ ਦੇ ਹਨ। ਅਸੀਂ ਕੋਸ਼ਿਸ਼ ਕਰਾਂਗੇ ਇੱਕ ਜਾਂ ਦੋ ਵੀਡੀਓ ਵਿੱਚ ਸਾਰੀ ਇਸ ਨੂੰ ਸਮਾਪਤ ਕਰ ਦਈਏ। ਤੋ ਕ੍ਰਿਸ਼ਨ ਜੀ ਦੇ ਜਨਮ ਦੇ ਬਾਰੇ ਜੋ ਤਕਰੀਬਨ ਸਾਰੇ ਮਿਥਿਹਾਸਕ ਗਾਥਾ ਨੂੰ ਜਾਣਦੇ ਹਨ, ਅਸੀਂ ਥੋੜ੍ਹੇ ਲਫ਼ਜ਼ਾਂ ਵਿੱਚ ਉਸ ਦੀ ਵਿਚਾਰ ਕਰਾਂਗੇ। ਕ੍ਰਿਸ਼ਨ ਜੀ ਦਾ ਜਨਮ ਜੋ ਹੈ ਪਿਤਾ ਵਾਸੁਦੇਵ ਤੇ ਮਾਤਾ ਦੇਵਕੀ ਦੇ ਗ੍ਰਹਿ ਵਿਖੇ ਹੋਇਆ ਸੀ। ਕਹਾਣੀ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਉਗਰਸੈਨ ਇੱਕ ਰਾਜਾ ਸੀ। ਉਸ ਦਾ ਪੁੱਤਰ ਕੰਸ ਤੇ ਉਸ ਦੀ ਜੋ ਲੜਕੀ ਹੈ ਉਹ ਦੇਵਕੀ ਸੀ। ਦੇਵਕੀ ਦਾ ਵਿਆਹ ਦੇ ਲਈ ਉਹਨਾਂ ਨੇ ਵਾਸੁਦੇਵ ਨੂੰ ਦੇਖਿਆ, ਪਸੰਦ ਆਇਆ। ਵਿਆਹ ਦੀ ਤਰੀਕ ਪੱਕੀ ਹੋ ਗਈ ਔਰ ਵਿਆਹ ਦੇ ਵਾਸਤੇ ਕੰਸ ਜੋ ਦੇਵਕੀ ਦਾ ਭਰਾ ਸੀ, ਬਹੁਤ ਚਾਅ ਮਲਾਰਾਂ ਦੇ ਨਾਲ ਉਸਨੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ। ਵਿਆਹ ਹੋ ਗਿਆ, ਬੜਾ ਖੁਸ਼ ਸੀ, ਸਾਰਾ ਪਰਿਵਾਰ ਖੁਸ਼ ਸੀ। ਅਚਾਨਕ ਆਕਾਸ਼ਬਾਣੀ ਹੋਈ, ਰੱਬੀ ਫਰਮਾਨ। ਕਿਉਂਕਿ ਇਤਿਹਾਸਕ ਗਾਥਾ ਦੇ ਵਿੱਚ ਬੜਾ ਕੁਛ ਐਸਾ ਹੈ ਜਿਹੜਾ ਆਮ ਸਾਡੇ ਸਮਾਜਿਕ ਜੀਵਨ ਵਿੱਚ ਨਹੀਂ ਵਰਤਦਾ, ਪਰ ਕਿਉਂਕਿ ਇਹ ਕਥਾਵਾਂ ਨੇ, ਇਹ ਮਿਥਿਹਾਸ ਹੈ, ਇਹਦੇ ਵਿੱਚ ਹੈ। ਰੱਬੀ ਹੁਕਮ ਹੋਇਆ। ਕੀ ਹੋਇਆ? ਕੰਸ ਨੂੰ ਇਹ ਕਿਹਾ ਗਿਆ ਭਈ ਤੂੰ ਬੜਾ ਖੁਸ਼ ਹੈ, ਆਪਣੀ ਭੈਣ ਦਾ ਵਿਆਹ ਕਰ ਰਿਹਾ, ਪਰ ਤੈਨੂੰ ਪਤਾ ਹੈ ਤੇਰੀ ਜਿਹੜੀ ਮੌਤ ਹੈ, ਤੇਰੀ ਭੈਣ ਦੇ ਪੇਟ 'ਚੋਂ ਪੈਦਾ ਹੋਇਆ ਜਿਹੜਾ 8ਵਾਂ ਬੱਚਾ ਹੋਏਗਾ ਉਹ ਤੈਨੂੰ ਮਾਰ ਦੇਗਾ, ਤੇਰਾ ਕਾਲ ਉਹ ਹੈ। ਇਹ ਸੁਣ ਕੇ ਕੰਸ ਨੂੰ ਬੜਾ ਗੁੱਸਾ ਆਇਆ ਔਰ ਇਹ ਕਿਰਪਾਨ ਲੈ ਕੇ ਆਪਣੇ ਭੈਣ ਤੇ ਭਣੋਈਏ ਨੂੰ ਖਤਮ ਕਰਨ ਲਈ ਚੱਲ ਪਿਆ। ਜਦੋਂ ਉੱਥੇ ਪਹੁੰਚਿਆ, ਭੈਣ ਭਣੋਈਏ ਨੂੰ ਸਾਰੀ ਗੱਲ ਪਤਾ ਲੱਗੀ। ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਕਿਉਂ ਮਾਰਦਾ? ਜਿਹੜਾ ਸਾਡੇ ਬੱਚਾ ਹੋਏਗਾ ਅਸੀਂ ਤੈਨੂੰ ਦੇ ਦੇਵਾਂਗੇ, ਤੂੰ ਉਸ ਨੂੰ ਮਾਰਦਾ ਜਾਈਂ ਤੇ ਸਾਨੂੰ ਛੱਡ ਦੇ। ਇਸ ਨੂੰ ਵੀ ਦਇਆ ਆ ਗਈ। ਇਸ ਨੇ ਕਿਹਾ ਠੀਕ ਹੈ। ਇਸ ਨੇ ਆਪਣੇ ਭੈਣ ਤੇ ਭਣੋਈਏ ਨੂੰ ਆਪਣੀ ਕੈਦ ਵਿੱਚ ਬੰਦ ਕਰ ਲਿਆ। ਕੈਦ ਦੌਰਾਨ ਹੀ ਉਹਨਾਂ ਦੇ ਘਰ 6 ਪੁੱਤਰ ਪੈਦਾ ਹੋਏ। 6 ਦੇ 6 ਪੁੱਤਰਾਂ ਨੂੰ ਕੰਸ ਨੇ ਮਰਵਾ ਦਿੱਤਾ। 7ਵਾਂ ਪੁੱਤਰ ਬਲਭੱਦਰ ਜਦੋਂ ਪੈਦਾ ਹੋਇਆ, ਗਰਭ ਦੇ ਵਿੱਚ ਜੋ ਮਾਤਾ ਦੇ ਸੀ, ਇਹਨਾਂ ਨੇ ਮੰਤਰਾਂ ਦੇ ਜ਼ੋਰ ਦੇ ਨਾਲ ਮਾਤਾ ਦੇ ਗਰਭ ਵਿੱਚੋਂ ਇੱਕ ਰੋਹਿਣੀ ਨਾਂ ਦੀ ਇਸਤਰੀ ਦੇ ਗਰਭ ਵਿੱਚ ਉਸ ਨੂੰ ਟਰਾਂਸਫਰ ਕਰ ਦਿੱਤਾ। ਕਿਉਂਕਿ ਕਹਾਣੀ ਹੈ, ਮਿਥਿਹਾਸ ਹੈ, ਇਹ ਜਿੱਧਰ ਨੂੰ ਮਰਜ਼ੀ ਮੋੜ ਲਓ, ਜਿਵੇਂ ਮਰਜ਼ੀ ਕਹਿ ਦਿਓ, ਉਹ ਸਭ ਸੱਚੋ ਹੀ ਸੱਚ ਹੈ। ਕਿਉਂਕਿ ਇਹ ਐਸੀ ਹੀ ਗੱਲ ਹੈ, ਕਿਉਂਕਿ ਇਸ ਦਾ ਕੋਈ ਹੱਦ ਬੰਨਾ ਨਹੀਂ ਹੁੰਦਾ। ਜੇ ਅੱਜ ਤਾਂ ਹੋ ਸਕਦਾ ਜਦੋਂ ਕਿਸੇ ਨੂੰ ਇਹ ਪ੍ਰਸੰਗ ਪਤਾ ਲੱਗੇ, ਸੁਣੇ, ਉਹ ਇਹ ਵੀ ਕਹਿ ਸਕਦੇ ਨੇ ਕਿ ਦੇਖੋ ਜੀ, ਅੱਜ ਬੱਚਿਆਂ ਦਾ ਜਿਹੜਾ ਟਰਾਂਸਪਲਾਂਟੇਸ਼ਨ ਹੁੰਦਾ ਹੈ, ਉਹ ਉਸ ਯੁੱਗ ਵਿੱਚ ਕ੍ਰਿਸ਼ਨ ਦੇ ਟਾਈਮ ਵਿੱਚ ਜਦੋਂ ਬਲਭੱਦਰ ਜਦੋਂ ਪੈਦਾ ਹੋਇਆ, ਉਦੋਂ ਤੋਂ ਹੀ ਇਹ ਸਾਇੰਸ ਸਾਡੇ ਮੁਖੀਆਂ ਨੂੰ, ਸਾਡੇ ਬਜ਼ੁਰਗਾਂ ਨੂੰ ਪਤਾ ਸੀ। ਕਹਿਣ ਨੂੰ ਕਹਾਣੀ ਕੋਈ ਵੀ ਘੜ ਲਈ ਜਾਂਦੀ ਹੈ। ਖੈਰ, ਇਹ ਮਿਥਿਹਾਸ ਹੈ। ਰੋਹਿਣੀ ਦੇ ਪੇਟ ਵਿੱਚ ਟਰਾਂਸਫਰ ਕਰ ਦਿੱਤਾ ਗਿਆ। ਉੱਧਰੋਂ ਜਦੋਂ 8ਵਾਂ ਬੱਚਾ ਪੈਦਾ ਹੋਇਆ ਕ੍ਰਿਸ਼ਨ ਜੀ ਮਹਾਰਾਜ, ਤਾਂ ਕੀ ਕੀਤਾ? ਇਸ ਨੂੰ ਪੈਦਾ ਹੁੰਦਿਆਂ ਹੀ ਪਿਤਾ ਵਾਸੁਦੇਵ ਪਿਤਾ ਨੇ ਇਸ ਨੂੰ ਘਰੋਂ ਕੱਢ ਲਿਆਂਦਾ, ਚੱਕ ਕੇ ਲੈ ਗਿਆ
ਤੇ ਅੱਗੇ ਜਾ ਕੇ ਪਿਤਾ ਨੰਦ ਤੇ ਮਾਤਾ ਯਸ਼ੋਦਾ ਉਹਨਾਂ ਦੇ ਘਰ ਇਸ ਨੂੰ ਪਾ ਦਿੱਤਾ। ਉਧਰ ਯਸ਼ੋਦਾ ਤੋਂ ਇੱਕ ਲੜਕੀ ਪੈਦਾ ਹੋਈ ਸੀ ਮਾਇਆ, ਉਸ ਨੂੰ ਇਹ ਚੱਕ ਲਿਆਇਆ। ਯਸ਼ੋਦਾ ਨੂੰ ਪਤਾ ਨਹੀਂ, ਉਹ ਬੇਸੁਰਤ ਸੀ। ਜਦੋਂ ਉੱਠੀ ਤਾਂ ਉਸਨੇ ਦੇਖਿਆ ਉਹਦੇ ਘਰ ਲੜਕਾ ਪੈਦਾ ਹੋਇਆ। ਲੜਕੀ ਲਿਆ ਕੇ ਇੱਥੇ ਕੰਸ ਨੂੰ ਦੇ ਦਿੱਤੀ। ਕੰਸ ਦੇ ਬੰਦਿਆਂ ਨੇ ਉਸ ਨੂੰ ਮਾਰਿਆ, ਕਹਿੰਦੇ ਉੱਡ ਗਈ ਔਰ ਬਿਜਲੀ ਬਣ ਗਈ। ਉਹ ਅੱਗੋਂ ਇਹ ਕਹਾਣੀ ਸਾਰੀ ਜੋ ਹੈ 396 ਪੰਨੇ, ਪੂਰੀ ਕਹਾਣੀ ਲੜਾਈਆਂ ਨਾਲ ਭਰੀ ਹੋਈ ਹੈ, ਜਾਂ ਕ੍ਰਿਸ਼ਨ ਜੀ ਦਾ ਜੋ ਪਿਆਰ ਹੈ ਰਾਧਾ ਤੇ ਹੋਰ ਗੋਪੀਆਂ ਦੇ ਨਾਲ, ਉਸ ਦੇ ਬਾਰੇ, ਖੇਲਣ ਕੁੱਦਣ ਦੇ ਬਾਰੇ, ਦਹੀਂ ਖਾਣ ਬਾਰੇ, ਮੱਖਣ ਖਾਣ ਬਾਰੇ। ਬਾਕੀ ਸਾਰੇ ਯੁੱਧ ਨੇ ਕਦੀ ਕਿਸੇ ਦੈਂਤ ਨੂੰ ਮਾਰ ਦਿੱਤਾ, ਕਦੀ ਕਿਸੇ ਦੈਂਤ ਨੂੰ ਮਾਰ ਦਿੱਤਾ। ਭਾਵ ਕੋਈ ਵੀ ਕੰਮ ਐਸਾ, ਕੋਈ ਵੀ ਗੱਲ ਐਸੀ ਨਹੀਂ ਜਿਸ ਤੋਂ ਸਾਨੂੰ ਕੋਈ ਸਮਾਜਿਕ ਤੌਰ ਤੇ ਲਾਹਾ ਪ੍ਰਾਪਤ ਹੋ ਸਕੇ। ਇਸ ਤਰ੍ਹਾਂ ਕਰਦੇ ਕਰਦੇ ਬਹੁਤ ਸਮਾਂ ਬਤੀਤ ਹੋਇਆ। ਉੱਧਰੋਂ ਕੰਸ ਨੇ ਪੂਰੀ ਕੋਸ਼ਿਸ਼ ਕੀਤੀ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਜਿਉਂਦੀ ਹੈ, ਜੋ ਉਸ ਨੂੰ ਮਾਰਨ ਵਾਲਾ ਹੈ ਕ੍ਰਿਸ਼ਨ ਜਿਉਂਦਾ ਹੈ, ਉਸਨੇ ਬੜੇ ਹਮਲੇ ਕਰਵਾਏ, ਪਰ ਕ੍ਰਿਸ਼ਨ ਬਚ ਜਾਂਦੇ ਰਹੇ। ਆਖਰ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਫੜ ਕੇ ਉਸ ਦਾ ਵੱਧ ਕਰ ਦਿੱਤਾ, ਉਸ ਦੀ ਹੱਤਿਆ ਕਰ ਦਿੱਤੀ। ਕ੍ਰਿਸ਼ਨ ਜੋ ਕੰਸ ਹੈ, ਕ੍ਰਿਸ਼ਨ ਜੀ ਦਾ ਮਾਮਾ ਲੱਗਦਾ ਸੀ। ਕ੍ਰਿਸ਼ਨ ਨੇ ਆਪਣੇ ਮਾਮੇ ਨੂੰ ਮਾਰ ਕੇ ਆਪਣੇ ਨਾਨੇ ਉਗਰਸੈਨ ਨੂੰ ਰਾਜਗੱਦੀ ਤੇ ਬਿਠਾ ਦਿੱਤਾ। ਤੇ ਜਦੋਂ ਕੰਸ ਦੇ ਘਰ ਵਾਲੀ ਨੂੰ ਇਹ ਸਾਰੀ ਗੱਲ ਪਤਾ ਲੱਗੀ, ਉਹ ਆਪਣੇ ਜੋ ਪਿਤਾ ਹੈ ਜਰਸੰਧ, ਜੋ ਪਿਤਾ ਸੀ, ਉਸ ਨੂੰ ਜਾ ਕੇ ਉਸਨੇ ਆਪਣਾ ਰੋਣਾ ਰੋਇਆ ਤੇ ਉਸ ਦੇ ਪਿਤਾ ਨੇ ਇਹਨਾਂ ਉੱਤੇ ਹਮਲਾ ਕਰ ਦਿੱਤਾ। ਜਦੋਂ ਉਸਨੇ ਹਮਲਾ ਕਰ ਦਿੱਤਾ ਤੇ ਬਹੁਤ ਹੀ ਜਰਾਸੰਧ ਦੇ ਨਾਲ ਕ੍ਰਿਸ਼ਨ ਜੀ ਦੀ, ਇਹਨਾਂ ਦੀ ਫੌਜਾਂ ਦੀ, ਉਗਰਸੈਨ ਦੀਆਂ ਫੌਜਾਂ ਦੀ ਲੜਾਈ ਹੋਈ, ਬਹੁਤ ਝਗੜਾ ਹੋਇਆ। ਆਖਰ ਜਰਾਸੰਧ ਜੋ ਹੈ ਉਸ ਦੀ ਸਾਰੀ ਫੌਜ ਮਾਰੀ ਗਈ ਔਰ ਜਰਾਸੰਧ ਜਿਹੜਾ ਉਹ ਈਨ ਮੰਨ ਗਿਆ। ਇਸ ਲੜਾਈ ਦੇ ਵਿੱਚ ਹੀ ਇੱਕ ਪਾਤਰ ਆਉਂਦਾ ਹੈ ਜਿਹੜਾ ਖੜਗ ਸਿੰਘ ਉਸ ਦਾ ਨਾਮ ਹੈ। ਉਹ ਪਾਤਰ ਸਭ ਤੋਂ ਬਹਾਦਰ ਇਸ ਲੜਾਈ ਵਿੱਚ ਦਿਖਾਇਆ ਗਿਆ। ਖੜਗ ਸਿੰਘ ਨੇ ਬਹੁਤ ਲੜਾਈ ਕੀਤੀ, ਬਹੁਤ ਕਈ ਸਮੇਂ ਤੱਕ ਲੜਾਈ ਕਰਦਾ ਰਿਹਾ। ਉਹਦੇ ਕੋਲ ਸ਼ਕਤੀਆਂ ਸਨ, ਇਹਨਾਂ ਨੇ ਹੇਰਾ ਫੇਰੀ ਨਾਲ ਉਹ ਸ਼ਕਤੀਆਂ ਸਾਰੀਆਂ ਉਹਦੇ ਕੋਲ ਖੋਹੀਆਂ। ਆਖਰ ਉਸ ਦਾ ਸਿਰ ਕਲਮ ਹੋ ਗਿਆ। ਇਸ ਕਹਾਣੀ ਵਿੱਚ ਦੱਸਿਆ ਗਿਆ ਹੈ, ਉਸਨੇ ਆਪਣੇ ਸਿਰ ਨੂੰ ਵਾਲਾਂ ਤੋਂ ਫੜ ਕੇ ਕ੍ਰਿਸ਼ਨ ਦੇ ਮਾਰਿਆ। ਕ੍ਰਿਸ਼ਨ ਜੀ ਬੇਹੋਸ਼ ਹੋ ਗਏ, ਮੁਰਸ਼ਦ ਹੋ ਗਏ। ਇਸ ਤਰ੍ਹਾਂ ਕਰਕੇ ਬਹੁਤ ਸਮਾਂ ਉਹ ਲੜਦਾ ਰਿਹਾ। ਆਖਰ ਉਹ ਮਾਰਿਆ ਗਿਆ। ਬਿਨਾਂ ਸਿਰ ਤੋਂ ਵੀ ਬਹੁਤ ਸਮਾਂ ਲੜਦਾ ਗਿਆ। ਇਸ ਮਿਥਿਹਾਸ ਵਿੱਚੋਂ ਹੀ ਬਹੁਤ ਸਾਰਾ ਮਿਥਿਹਾਸ ਸਿੱਖਾਂ ਦੇ ਨਾਂ ਦੇ ਨਾਲ ਵੀ ਮੜ ਦਿੱਤਾ ਗਿਆ। ਸਿੱਖਾਂ ਵਿੱਚ ਵੀ ਐਸੀਆਂ ਕਹਾਣੀਆਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਕਿ ਬਿਨਾਂ ਸਿਰ ਤੋਂ ਲੜਾਈ ਕੀਤੀ ਜਾ ਸਕਦੀ ਹੈ। ਔਰ ਸਿੱਖ ਇਸ ਵਿਸ਼ਵਾਸ, ਇਸ ਅੰਧ ਵਿਸ਼ਵਾਸ ਜੋ ਸਾਇੰਟੀਫਿਕਲੀ ਪੋਸੀਬਲ ਨਹੀਂ ਹੈ, ਪਰ ਮੈਜੋਰਟੀ ਸਿੱਖ ਜਿਹੜੇ ਆ ਇਸ 'ਤੇ ਵਿਸ਼ਵਾਸ ਕਰਦੇ ਆ ਕਿ ਬਿਨਾਂ ਸਿਰ ਤੋਂ ਵੀ ਲੜਾਈ ਲੜੀ ਜਾ ਸਕਦੀ ਹੈ। ਖੈਰ, ਪਤਾ ਨਹੀਂ ਕਦੋਂ ਸਾਨੂੰ ਇਹ ਸਮਝ ਆਏਗੀ ਕਿ ਅਜਿਹਾ ਨਹੀਂ ਹੋ ਸਕਦਾ, ਅਜਿਹਾ ਕੁਝ ਵੀ ਨਹੀਂ ਹੋ ਸਕਦਾ। ਜੇ ਐਸਾ ਹੁੰਦਾ ਤੇ ਗੁਰੂ ਤੇਗ ਬਹਾਦਰ ਜਦੋਂ ਸੀਸ ਕਲਮ ਹੋ ਗਿਆ ਸੀ, ਉਹ ਵੀ ਕੁਝ ਕਰ ਲੈਂਦੇ। ਪੰਚਮ ਪਾਤਸ਼ਾਹ ਸ਼ਹੀਦੀ ਸਮੇਂ ਕੁਝ ਹੋ ਜਾਂਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਉਦੋਂ ਕੁਝ ਹੋ ਜਾਂਦਾ। ਜਦੋਂ ਪ੍ਰੈਕਟੀਕਲ ਲਾਈਫ ਦੇ ਵਿੱਚ ਕੁਝ ਐਸਾ ਹੋਇਆ ਤਾਂ ਕੁਝ ਵੀ ਅਜਿਹਾ ਨਹੀਂ ਵਾਪਰਿਆ ਜਿਹੋ ਜਿਹਾ ਇਹਨਾਂ ਕਹਾਣੀਆਂ ਵਿੱਚ ਲਿਖਿਆ ਹੋਇਆ ਹੈ। ਜੇ ਪੰਚਮ ਪਾਤਸ਼ਾਹ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਉਹਨਾਂ ਦੀ ਸ਼ਹੀਦੀ ਹੋਈ ਹੈ। ਜੇ ਗੁਰੂ ਤੇਗ ਬਹਾਦਰ ਦਾ ਸਰੀਰ ਸੀਸ ਕਲਮ ਕੀਤਾ ਗਿਆ, ਸੀਸ ਧੜ ਤੋਂ ਅਲੱਗ ਹੋਇਆ ਹੈ। ਜੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਰਣ ਵਿੱਚ ਲੜਾਈ ਲਈ ਗਏ, ਉਹ ਉੱਥੇ ਸ਼ਹੀਦ ਹੋਏ ਹਨ। ਭਾਵ ਜਦੋਂ ਪ੍ਰੈਕਟੀਕਲ ਜੀਵਨ ਆਉਂਦਾ ਹੈ, ਉਦੋਂ ਸਭ ਕੁਝ ਪ੍ਰੈਕਟੀਕਲ ਹੀ ਹੁੰਦਾ ਹੈ।
ਉਦੋਂ ਇਹ ਜਿਹੜੀਆਂ ਗੱਪ ਕਹਾਣੀਆਂ ਜਾਂ ਕਰਾਮਾਤਾਂ ਐਸਾ ਕੁਝ ਨਹੀਂ ਹੁੰਦਾ, ਪਰ ਸਾਡੀਆਂ ਸਟੇਜਾਂ ਤੋਂ ਕਰਾਮਾਤਾਂ ਬੇਅੰਤ ਸੁਣਾ ਦਿੱਤੀਆਂ ਗਈਆਂ ਔਰ ਸਾਡੇ ਘਰਾਂ ਹਿਰਦੇ ਘਰਾਂ ਵਿੱਚ ਉਹ ਪੱਕੀਆਂ ਹੋ ਗਈਆਂ। ਤੋ ਅੱਗੇ ਜਿਹੜੀ ਗੱਲ ਕਰਨੀ ਹੈ ਕਿ ਜਦੋਂ ਕ੍ਰਿਸ਼ਨ ਜੀ ਮਹਾਰਾਜ ਇਹ ਜੰਗ ਜਿੱਤ ਕੇ ਆਉਂਦੇ ਹਨ, ਆਪਣੇ ਪਿਤਾ ਆਪਣੇ ਨਾਨਾ ਉਗਰਸੈਨ ਕੋਲ ਆਉਂਦੇ ਹਨ, ਤਾਂ ਉਗਰਸੈਨ ਜਿਹੜਾ ਹੈ ਉਹ ਇਹਨਾਂ ਦੀ ਆਓ ਭਗਤ ਕਰਦਾ ਹੈ। ਆਓ ਉਸ ਨੂੰ ਦੇਖਦੇ ਹਾਂ। ਉਧਰ ਸੰਗ ਦੀਆਂ ਹੋਈਆਂ ਇਸਤਰੀਆਂ ਘਰਾਂ ਨੂੰ ਚਲੀਆਂ ਗਈਆਂ ਅਤੇ ਇੱਧਰ ਸ਼੍ਰੀ ਕ੍ਰਿਸ਼ਨ ਯੋਧਿਆਂ ਦੀ ਸਭਾ ਵਿੱਚ ਆ ਗਏ। ਸ਼੍ਰੀ ਕ੍ਰਿਸ਼ਨ ਨੂੰ ਆਉਂਦਿਆਂ ਵੇਖ ਕੇ ਰਾਜਾ ਉਗਰਸੈਨ ਨੇ ਦੌੜ ਕੇ ਪੈਰਾਂ ਉੱਤੇ ਸਿਰ ਝੁਕਾਇਆ। ਨਾਨੇ ਨੇ ਦੋਤੇ ਦੇ ਪੈਰਾਂ ਉੱਤੇ ਸਿਰ ਝੁਕਾਇਆ ਰੱਬ ਜਾਣ ਕੇ। ਕਵੀ ਸ਼ਾਮ ਕਹਿੰਦੇ ਹਨ, ਇਹ ਆਮ ਤੌਰ 'ਤੇ ਇਹ ਬੜਾ ਪੁੱਛਿਆ ਜਾਂਦਾ ਹੈ, ਇਹ ਗ੍ਰੰਥ ਕਿਸ ਨੇ ਲਿਖੇ ਹਨ, ਇਹ ਸਾਰਾ ਕੁਝ ਕਿਸ ਨੇ ਲਿਖਿਆ ਹੈ। ਇਸ ਵਿੱਚ ਕਵੀ ਵਾਰ-ਵਾਰ ਆਪਣਾ ਨਾਮ ਦੱਸਦਾ ਹੈ, ਸ਼ਾਮ ਸ਼ਾਮ ਸ਼ਾਮ, ਔਰ ਕਈ ਜਗ੍ਹਾ ਰਾਮ। ਇਹ ਦੋ ਨਾਮ ਲਿਖਾਰੀ ਦੇ ਆਉਂਦੇ ਨੇ, ਸ਼ਾਮ ਅਤੇ ਰਾਮ। ਪਰ ਪਤਾ ਨਹੀਂ ਸਿੱਖ ਕਿਉਂ ਅਜਿਹਾ ਮੰਨਦੇ ਨੇ ਕਿ ਇਹ ਜਿਹੜਾ ਗ੍ਰੰਥ ਹੈ, ਜਿਹੜੇ ਸਾਰੇ ਅਧਿਆਏ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੇ ਆ। ਪਰ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਇਸ ਵਿਚਿੱਤਰ ਨਾਟਕ ਵਿੱਚ ਨਹੀਂ ਆਉਂਦਾ। ਹਾਂ, ਇਹ ਜੁਦੀ ਗੱਲ ਹੈ ਕਿ ਹੈਡਿੰਗ ਦੇ ਉੱਤੇ ਪਾਤਸ਼ਾਹੀ ਦਸਵੀਂ ਲਿਖ ਦਿੱਤਾ ਗਿਆ। ਵਿੱਚ ਗ੍ਰੰਥ ਦੇ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਪਾਤਸ਼ਾਹੀ ਦਸਵੀਂ ਦਾ ਕੋਈ ਨਾਮ ਨਹੀਂ ਆਉਂਦਾ। ਜਿੱਥੇ ਵੀ ਕਵੀ ਆਪਣਾ ਨਾਮ ਲਿਖਦਾ ਹੈ, ਉਹ ਲਿਖਦਾ ਹੈ ਕਵੀ ਸ਼ਾਮ ਜਾਂ ਕਵੀ ਰਾਮ। ਜ਼ਿਆਦਾਤਰ ਸ਼ਾਮ ਹੈ, ਰਾਮ ਬਹੁਤ ਥੋੜ੍ਹੀ ਜਗ੍ਹਾ ਹੈ, ਰਾਮ ਦਾ ਨਾਮ ਵੀ ਆਉਂਦਾ ਹੈ। ਸੋ ਕਵੀ ਸ਼ਾਮ ਕਹਿੰਦੇ ਹਨ, ਰਾਜੇ ਨੇ ਆਦਰ ਨਾਲ ਸ਼੍ਰੀ ਕ੍ਰਿਸ਼ਨ ਜੀ ਨੂੰ ਆਪਣੇ ਕੋਲ ਸਿੰਘਾਸਨ ਉੱਤੇ ਬਿਠਾਇਆ, ਫਿਰ ਸ਼ਰਾਬ ਅਤੇ ਜਲ ਲੈ ਕੇ ਅੱਗੇ ਰੱਖੇ। ਮੰਨ ਲਓ ਇੱਕ ਪਾਸੇ ਕ੍ਰਿਸ਼ਨ ਜੀ ਨੂੰ ਰੱਬ ਕਹਿੰਦੇ ਨੇ ਔਰ ਦੂਜੇ ਪਾਸੇ ਅਗਰ ਤੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਹੋਇਆ, ਫਿਰ ਇਹ ਸਮਝ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ ਕਿ ਉਹਨਾਂ ਦੇ ਕ੍ਰਿਸ਼ਨ ਦੇ ਨਾਨਾ ਜੀ ਨੇ ਉਹਨਾਂ ਦੇ ਅੱਗੇ ਸ਼ਰਾਬ ਅਤੇ ਜਲ ਲੈ ਕੇ ਅੱਗੇ ਰੱਖੇ, ਜਿਸ ਨੂੰ ਵੇਖ ਕੇ ਸ਼੍ਰੀ ਕ੍ਰਿਸ਼ਨ ਬਹੁਤ ਪ੍ਰਸੰਨ ਹੋਏ। ਜਦ ਸ਼ਰਾਬ ਦੇ ਰਸ ਨਾਲ ਸਾਰੇ ਸੂਰਮੇ ਮਸਤ ਹੋ ਗਏ ਤਾਂ ਬਲਰਾਮ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਨੇ ਜਰਾਸੰਧ ਦੀ ਸੈਨਾ ਦੇ ਘੋੜੇ ਮਾਰ ਦਿੱਤੇ ਹਨ ਅਤੇ ਕਿਸੇ ਵੱਡੇ ਹਾਥੀ ਨੂੰ ਵਿਚਾਰਿਆ ਤੱਕ ਨਹੀਂ ਹੈ, ਅਰਥਾਤ ਮਾਰਨੋਂ ਸੰਕੋਚ ਨਹੀਂ ਕੀਤਾ ਹੈ। ਜਿਸ ਨੂੰ ਕ੍ਰੋਧਵਾਨ ਹੋ ਕੇ ਇੱਕ ਬਾਣ ਵੀ ਮਾਰਿਆ ਹੈ, ਉਸ ਨੂੰ ਪ੍ਰਾਣਾਂ ਤੋਂ ਬਿਨਾਂ ਕਰ ਦਿੱਤਾ ਹੈ। ਸਾਰੀ ਸਭਾ ਵਿੱਚ ਬਲਰਾਮ ਨੇ ਸ਼੍ਰੀ ਕ੍ਰਿਸ਼ਨ ਨੂੰ ਫਿਰ ਬਚਨ ਕਹੇ, ਜਿਸ ਦੀਆਂ ਦੋਵੇਂ ਅੱਖਾਂ ਸ਼ਰਾਬ ਦੀ ਬਹੁਤੀ ਮਸਤੀ ਕਰਕੇ ਲਾਲ ਹੋ ਰਹੀਆਂ ਸਨ। ਮੈਨੂੰ ਥੋੜ੍ਹੀ ਸ਼ਰਾਬ ਦਿੱਤੀ ਹੈ ਅਤੇ ਖੁਦ ਬਹੁਤ ਪੀਤੀ ਹੈ। ਇਹ ਹੈ ਜੀ ਇਸ ਦਾ ਜੋ ਸਾਰਾ ਤੱਥਸਾਰ ਕਿ ਇਹਨਾਂ ਦਾ ਵੱਡਾ ਭਰਾ ਕ੍ਰਿਸ਼ਨ ਜੀ ਦਾ ਬਲਭਦਰ, ਬਲਰਾਮ ਵੀ ਕਹਿੰਦੇ ਨੇ, ਬਲਦੇਵ ਵੀ ਉਸ ਦਾ ਨਾਮ ਬੋਲਦੇ ਨੇ, ਉਹ ਇਹ ਆਪਣਾ ਇੱਕ ਗਿਲਾ ਪ੍ਰਗਟ ਕਰ ਰਿਹਾ ਕਿ ਕ੍ਰਿਸ਼ਨ ਜੀ ਨੇ ਆਪ ਤੇ ਸ਼ਰਾਬ ਜ਼ਿਆਦਾ ਪੀਤੀ ਹੈ, ਮੈਨੂੰ ਸ਼ਰਾਬ ਘੱਟ ਦਿੱਤੀ ਹੈ। ਅੱਗੇ ਹੋਰ ਇੱਕ ਜਗ੍ਹਾ ਆਉਂਦਾ ਹੈ, ਬੇਸਵਾਵਾਂ ਨੱਚ ਕੇ ਧਨ ਪ੍ਰਾਪਤ ਕਰਦੀਆਂ ਹਨ। ਮੰਨ ਲਓ ਇਹ ਉੱਥੇ ਬੇਸਵਾਵਾਂ ਵੀ ਨੱਚਦੀਆਂ ਰੱਬ ਦੇ ਅੱਗੇ। ਬੇਸਵਾਵਾਂ, ਰੱਬ ਕਹਿੰਦੇ ਨਾ ਵਿਸ਼ਨੂੰ ਦਾ ਅਵਤਾਰ ਹੈ, ਰੱਬ ਹੈ, ਭਗਵਾਨ ਹੈ, ਉਸ ਦੇ ਅੱਗੇ ਬੇਸਵਾਵਾਂ ਨੱਚ ਕੇ ਧਨ ਪ੍ਰਾਪਤ ਕਰਦੀਆਂ ਹਨ ਅਤੇ ਗਾਇਕ ਵੀ ਬਹੁਤ ਦਾਨ ਹਾਸਲ ਕਰਦੇ ਹਨ। ਕਵੀ ਸ਼ਾਮ ਕਹਿੰਦੇ ਹਨ। ਫਿਰ ਕਵੀ ਸ਼ਾਮ, ਵਾਰ-ਵਾਰ ਕਵੀ ਦਾ ਨਾਮ ਸ਼ਾਮ ਆਉਂਦਾ ਹੈ, ਪਰ ਸਾਡੇ ਵਾਲਿਆਂ ਨੇ ਕੀ ਬਣਾ ਲਿਆ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਕਹਿੰਦੇ ਜੀ, ਪਿਆਰ ਨਾਲ ਉਹਨਾਂ ਨੂੰ ਰਾਮ ਸ਼ਾਮ ਕਹਿੰਦੇ ਸੀ। ਵਾਹ, ਹਰ ਚੀਜ਼ ਨੂੰ ਘੁਮਾ ਫਿਰਾ ਕੇ ਕਹਾਣੀ ਬਣਾ ਕੇ ਜ਼ਬਰਦਸਤੀ ਹਰ ਚੀਜ਼ ਗੁਰੂ ਗੋਬਿੰਦ ਸਿੰਘ ਜੀ ਦੇ ਮੂੰਹ ਵਿੱਚ ਪਾਉਣੀ ਹੈ।
इन्हां ने पक्का कुछ भी कहो, कुछ सवाल रेज करो, उहदा कोई ना कोई कहानी बना के उदों तुहाडे सामने रख देणगे जी इदां होई है। खैर कवि श्याम जो की कहंदे ने कि कहंदे हन, कई एक गवैये श्री कृष्ण नूं छंद अते सवैये पढ़ के खुश करते हैं अते होर सारियां दिशावां विच मिल के बहुत नचदे हैं अते फिर के गाउंदे हैं। दसो उन्हां नूं किहड़ी गल दी घाट है जो श्री कृष्ण दे घर आ गए हैं। उन्हां नूं बहुत कुछ दे के अते अर्जन नूं नाल लै के श्री कृष्ण ने भोजन वाली थां उत्ते चरण पाए। फिर की कीता, पोस्त भंग अफीम मंगवा लई अते शराब पी के सारे गम दूर कर दिते। ए भगवान नूं पोस्त भंग शराब अफीम खुआई जा रही है। अगर किसी ग्रंथ का उल्थ है तो जिसने वो ग्रंथ लिखिया वो कह रहा कि भगवान कृष्ण जी शराब भंग अफीम ये सारा कुछ वो खाते सन और गुरु गोबिंद सिंह जी ने उसका उल्था करके लिख दिता। चारों चीज़ां खा के शराब पी के सारे गम दूर कर दिते। चौहां ही नशियां नाल मस्त हो के श्री कृष्ण ने अर्जन नूं इस तरह कहा कि ब्रह्मा ने बड़ा माड़ा काम कीता है, उसने शराब का 8वां समुद्र क्यों नहीं बनाया। लो जी, भगवान जी ये भी शिकायत कर रहे हैं कि ब्रह्मा ने 7 समुद्र होर तां बना दिते, 8वां समुद्र शराब का क्यों नहीं बनाया। इन्नी सोहनी चीज़ है। अगों अर्जन की कह रहा, अर्जन ये कह रहा है, तद अर्जन ने हथ जोड़ के श्री कृष्ण नूं इस तरह कह के सुनाया कि ओ मूर्ख ब्राह्मण, इन्हां रसां नूं बनाउण दी विधि ही कित्थे जाणदा सी। ब्रह्मा नूं ब्राह्मण कहा और कहा भी वो मूर्ख सी, उन्होंने तो ये शराब बनाउणी नहीं आउंदी सी, ते इस करके वो की करदा। एक होर जगह लिखिया, जद श्री कृष्ण अयोध्या दे राजे दी पुत्री नूं स्वंबर विच जित के आ गए, तद अर्जन नाल बाग विच सैर करन लई मन विच इच्छा पैदा होई। पोस्त भंग अफीम अते पीण वास्ते बहुत सारी शराब मंगवा लई। मंगण वाले लोग भी बुला लिया, मंगण वाले लोगों नूं भी बुला लिया, बहुत सारा धन दान भी किया। सो आ जिहड़ियां सारियां कहानियां ये श्री कृष्ण जी दे नाल जोड़ियां होईयां हन कि वो शराब पींदे सन, भंग पींदे सन, पोस्त पींदे सन और अफीम खांदे सन। हुण सोचण विचारन वाली गल ये है, ये तां एक पक्ष है। जदों जिथों तक औरतां दी गल है, उन्हां दा विआह रुकमणी नाल होया सी, 3 औरतां नाल होर उन्हां ने विआह कीता और सारे विआह वो घरों कढ़ के ही लियाए, लड़ाई करके ही औरतां नूं लिया। रुकमणी नूं भी इस दे भरा दे नाल लड़ाई कीती, होर फौजां नाल लड़ाई कीती और अयोध्या दे राजे दी लड़की जदों लियाई उन्हां ने भी लड़ाई कीती। हर जगह लड़ाई करके ही ये अपनी घर वालियां नूं लियाए। उस तो अलावा 16,000 पत्नियां सन श्री कृष्ण जी दियां, ये भी इस ग्रंथ विच लिखिया होया। इन्हां सब कुछ तो अलावा राधा वर्गियां गोपियां बेअंत सन, जिन्हां नाल वो कलोलां करदे सन। वो सारा चैप्टर खोलण दी लोड़ नहीं, तकरीबन सारिआं नूं पता है, एवें टाइम वेस्ट करन वाली गल है। यह सारा कुछ मैं क्यों दस रहा, क्योंकि जिन्हां दे इष्ट श्री कृष्ण जी हन, वो किवें मनदे ने कि वो शराबी सन नहीं सन, वो औरतां नाल बेविचार करदे सन नहीं सन। असल च सानू ज़्यादा इहदे उत्ते कोई विचार नहीं करनी। ये सिर्फ ये ग्रंथ गुरु गोबिंद सिंह के नाम नाल जोड़िया गया, इस करके मैनू विचार करनी पै रही है। पर इसका नुकसान सानू की होया वो मैं तुहानू दसना चाहांगा, क्योंकि किसी दे इष्ट बारे जदों असी कोई गल करते हैं तो फिर उहदा नुकसान की हुंदा है कि या किसी नूं एक गाल कढ़दे हैं, भावें वो गाल सच्ची होवे, वो तुहानू 10 गालां कढ़ेगा,
ਉਹ ਸੱਚੀਆਂ ਹੋਣ ਜਾਂ ਝੂਠੀਆਂ ਹੋਣ, ਉਹ ਤੁਹਾਨੂੰ ਗਾਲਾਂ ਕੱਢੇਗਾ ਆਪਣੇ ਮਨ ਦਾ ਬੋਝ ਹਲਕਾ ਕਰਨ ਲਈ। ਜੇਕਰ ਕ੍ਰਿਸ਼ਨ ਜੀ ਮਹਾਰਾਜ ਬਾਰੇ ਇੰਨਾ ਕੁਝ ਲਿਖ ਸਕਦੇ ਹਾਂ, ਉਹਨਾਂ ਨੇ ਫਿਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਬਾਰੇ ਜੋ ਕੁਝ ਲਿਖਵਾਇਆ ਕਵੀ ਸੰਤੋਖ ਸਿੰਘ ਤੋਂ, ਉਹ ਹੁਣ ਮੈਂ ਤੁਹਾਡੀ ਨਜ਼ਰੇ ਕਰਨਾ ਜਾ ਰਿਹਾ। ਕਹਿੰਦੇ ਨਾ ਜੀ, ਇਹ ਸਾਨੂੰ ਇਤਿਹਾਸਕ ਗ੍ਰੰਥ ਨੌਲੇਜ ਵਾਸਤੇ ਉਹਨਾਂ ਨੇ ਲਿਖ ਕੇ ਦਿੱਤੇ ਆ, ਗਿਆਨ ਹੋ ਜਾਏ, ਅਸੀਂ ਮੰਨਣਾ ਨਹੀਂ। ਪਰ ਮੰਨਣਾ ਨਹੀਂ, ਪਰ ਇੱਕ ਵਾਰ ਬੀਜ ਲੱਗ ਗਿਆ ਤੇ ਫਲ ਤੇ ਬਣਨਾ। ਉਹ ਫਿਰ ਤੁਹਾਡੇ ਘਰ ਹੀ ਕੰਡੇ ਖਿਲਰਨੇ, ਉਹਦੇ ਤੁਹਾਡੇ ਘਰ ਹੀ ਉਹਦੇ ਜ਼ਹਿਰੀਲੇ ਬੀਜ ਪੈਦਾ ਹੋਣੇ ਆ। ਤੇ ਉਹਨਾਂ ਨੇ ਇਹ ਸਾਰੀ ਚੀਜ਼ ਦਾ ਬਦਲਾ ਲੈਣ ਲਈ ਮੈਂ ਤਾਂ ਇਹੀ ਕਹਾਂਗਾ, ਕਵੀ ਸੰਤੋਖ ਸਿੰਘ ਵਰਗਿਆਂ ਨੂੰ ਖੜੇ ਕੀਤਾ। ਉਹ ਸਿੱਖੀ ਸਰੂਪ ਦੇ ਵਿੱਚ ਉਹਨਾਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਲਿਖਿਆ, ਉਹ ਆਓ ਮੈਂ ਥੋੜ੍ਹੀ ਜਿਹੀ ਤੁਹਾਨੂੰ ਦੱਸਾਂਗਾ, ਸਾਰਾ ਨਹੀਂ ਦੱਸਾਂਗਾ। ਗੁਰੂ ਗੋਬਿੰਦ ਸਿੰਘ ਜੀ ਦਾ ਰੂਟੀਨ ਕੀ ਸੀ, ਕਦੋਂ? ਜਦੋਂ ਉਹਨਾਂ ਦੀ ਉਮਰ ਹਾਲੇ 25-26 ਸਾਲ ਸੀ, 22-23 ਸਾਲ ਦੀ ਉਮਰ। ਉਦੋਂ ਉਹਨਾਂ ਦਾ ਰੂਟੀਨ ਕੀ ਸੀ? ਸੁੱਖਾ ਅਫੀਮ ਸ਼ਕ ਸੋਚ ਠਾਨ, ਤਿਸ ਕਾਲ ਬਹੁਰ ਕਰ ਕੇ ਇਸ਼ਨਾਨ, ਤਨ ਵਸਤਰ ਸ਼ਸਤਰ ਕੋ ਪਹਿਰ ਲੀਨ, ਕਲਗੀ ਸੋ ਜਗਾ ਸਿਰ ਤਰਨ ਕੀਨ। ਗੁਰੂ ਗੋਬਿੰਦ ਸਿੰਘ ਜੀ ਚਾਹ ਵੇਲੇ ਸ਼ਾਮ ਨੂੰ ਜਦੋਂ ਇੱਕ ਪੈਰ ਦਿਨ ਰਹਿ ਜਾਂਦਾ ਸੀ, ਕੀ ਕਰਦੇ ਸੀ? ਸੁੱਖਾ ਮਤਲਬ ਭੰਗ ਤੇ ਅਫੀਮ ਛਕਦੇ ਸਨ, ਤਾਂ ਉਹਨਾਂ ਦੀ ਥੋੜ੍ਹਾ ਜਿਹਾ ਸਰੀਰ 'ਚ ਕੜਕ ਆਉਂਦੀ ਸੀ, ਨਹੀਂ ਤਾਂ ਬੜੇ ਸੁਸਤ ਸੀ। ਉਦੋਂ ਬਾਅਦ 'ਚ ਇਸ਼ਨਾਨ ਕਰਦੇ ਸਨ, ਕਿਉਂਕਿ ਕ੍ਰਿਸ਼ਨ ਜੀ ਮਹਾਰਾਜ ਨੇ ਲਿਖ ਦਿੱਤੇ। ਹੁਣ ਅਗਲੇ ਨੂੰ ਬਦਲਾ ਤਾਂ ਲੈਣਾ ਪਈ। ਜੇ ਉਹਨਾਂ ਦੇ ਇਸ਼ਟ ਬਾਰੇ ਅਸੀਂ ਲਿਖਾਂਗੇ ਤਾਂ ਉਹ ਅਗਲਾ ਬਦਲਾ ਕਿਉਂ ਨਹੀਂ ਲਏਗਾ? ਤੇ ਹੋਰ ਜਗ੍ਹਾ ਕੀ ਲਿਖਿਆ ਹੈ ਉਹ ਵੀ ਦੇਖ ਲਓ। ਲਿਖਿਆ ਹੈ, ਗਰੀ ਵਦਾਮਨ ਆਦਿ ਗਨ ਰਗੜੀ ਸ਼ਰਦਾਈ, ਵਿਜਿਆ ਆਦਿਕ ਜੇ ਅਧਿਕ ਤਿਸ ਵੀਚ ਕੁਟਾਈ, ਆਨੀ ਦਾਸਨ ਤਿਆਰ ਕਰ ਵੇਖ ਹੁਕਮ ਬਖਾਨਾ, ਹੁਤੀ ਅਫੀਮ ਵਿਦੇਸ਼ ਕੀ ਜਿਸ ਅਮਲ ਮਹਾਨਾ। ਕਹਿੰਦੇ ਸ਼ਾਮ ਦਾ ਟਾਈਮ ਚਾਹ ਵੇਲੇ ਦਾ ਜਿਹੜਾ ਹੁੰਦਾ, ਇੱਕ ਪੈਰ ਰਹਿੰਦਿਆਂ ਬਦਾਮਾਂ ਦੀਆਂ ਗਰੀਆਂ, ਗਰੀ ਬਦਾਮਨ ਆਦ ਗਨ ਰਗੜੀ ਸ਼ਰਦਾਈ, ਉਰਾ ਪਰਾ ਪਾ ਕੇ ਬਦਾਮਾਂ ਦੀਆਂ ਗਰੀਆਂ ਦੇ ਨਾਲ ਸ਼ਰਦਾਈ ਬਣਾਈ। ਸ਼ਰਦਾਈ ਦੇ ਵਿੱਚ ਕੀ ਕੀਤਾ? ਵਿਜਿਆ ਆਦਿਕ ਜੇ ਅਧਿਕ ਤਿਸ ਬੀਚ ਕੁਟਾਈ। ਵਿਜਿਆ ਹੁੰਦਾ ਭੰਗ, ਬਹੁਤ ਅਧਿਕ ਭੰਗ ਪਾ ਕੇ ਉਹਦੇ ਵਿੱਚ ਨਾਲ ਉਹਨੂੰ ਘੋਟਣਾ ਫੇਰਿਆ, ਕੁਟਾਈ। ਆਨੀ ਦਾਸਨ ਤਿਆਰ ਕਰ ਵੇਖ ਹੁਕਮ ਬਖਾਨਾ। ਇੱਕ ਜਿਹੜਾ ਸੇਵਕ ਸੀ ਉਹ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਲੈ ਕੇ ਆਇਆ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਕੀ ਹੁਕਮ ਦਿੱਤਾ? ਹੁਤੀ ਅਫੀਮ ਵਿਦੇਸ਼ ਕੀ ਜਿਸ ਅਮਲ ਮਹਾਨਾ। ਕਹਿੰਦੇ ਵੀ ਇੱਕ ਵਿਦੇਸ਼ ਦੇ ਵਿੱਚੋਂ ਅਫੀਮ ਆਈ ਸੀ, ਜਿਸ ਦੇ ਬਾਰੇ ਕੀ ਕਹਿ ਰਿਹਾ ਸੀ? ਬਹੁਤ ਤਾਰੀਫ ਸਿੱਖ ਨੇ ਕਰੀ। ਜਿਹੜਾ ਸਿੱਖ ਲੈ ਕੇ ਆਇਆ ਸੀ ਉਸਨੇ ਬਹੁਤ ਤਾਰੀਫ ਕੀਤੀ ਸੀ ਕਿ ਜਿਹੜੀ ਅਫੀਮ ਹੈ ਬਹੁਤ ਖਾਸ ਹੈ, ਬਹੁਤ ਵਧੀਆ ਹੈ। ਤੇ ਉਹ ਅਫੀਮ ਜਿਹੜੀ ਹੈ ਬਹੁਤ ਤਾਰੀਫ ਸਿੱਖ ਨੇ ਕਰੀ, ਸੋ ਕੋਸ਼ ਮਜ਼ਾਰਾ। ਉਹ ਜਿਹੜੀ ਖਜ਼ਾਨੇ ਦੇ ਵਿੱਚ ਨਾ ਖਜ਼ਾਨਚੀ ਕੋਲ ਜਮ੍ਹਾਂ ਕਰ ਦਿੱਤੀ ਹੈ, ਉੱਥੇ ਪਈ ਹੈ। ਆਨੋ ਇਹਾਂ ਨਿਕਾਸ ਕਰ ਜਿਸ ਅਮਲ ਕਰਾਰਾ। ਉਹ ਕਰਾਰਾ ਅਮਲ ਜਿਹੜਾ ਹੈ ਉੱਥੋਂ ਨਿਕਾਸ ਕਰਕੇ ਕੱਢ ਕੇ ਲਿਆਓ। ਕੋਸ਼ਪ ਟਿਗ ਸੇਵਕ ਗਇਓ। ਉਹ ਜਿਹੜਾ ਖਜ਼ਾਨਚੀ ਸੀ ਨਾ, ਉਹਦੇ ਕੋਲ ਸੇਵਕ, ਉਹ ਜਿਹੜਾ ਸਿੱਖ ਸੀ, ਉਹ ਗਿਆ। ਸਭ ਬਾਤ ਜਣਾਈ, ਉਹਨੂੰ ਸਾਰੀ ਗੱਲ ਦੱਸੀ, ਭਾਈ ਉਹ ਅਫੀਮ ਕੱਢ ਕੇ ਦੇ ਜਿਹੜੀ ਵਿਦੇਸ਼ ਵਿੱਚੋਂ ਆਈ ਆ, ਬਾਹਰੋਂ ਜਿਹੜਾ ਸਿੱਖ ਆਇਆ ਸੀ ਉਹ ਲੈ ਕੇ ਆਇਆ ਸੀ। ਕਹਿ ਕਰ ਪਤੇ ਵਿਦੇਸ਼ ਕੇ ਤਿਸ ਛਿਨ ਨਿਕਸਾਈ। ਉਹਨੇ ਫਟਾਫਟ ਇੱਕ ਛਿਨ ਦੇ ਵਿੱਚੋਂ ਉਹ ਛਿਨ ਦੇ ਵਿੱਚ ਉਹ ਅਫੀਮ ਕੱਢ ਕੇ ਦੇ ਦਿੱਤੀ। ਆਨੀ ਤੁਰਤ ਸਮੀਪ ਗੁਰ ਕਰ ਧਰੀ ਨਿਹਾਰੀ। ਉਹਨਾਂ ਦੇ ਹੱਥੇ ਰੱਖਤੀ, ਨੇੜੇ ਆ ਕੇ ਫਟਾਫਟ ਉਹ ਅਫੀਮ ਗੁਰੂ ਜੀ ਨੂੰ ਦੇ ਦਿੱਤੀ। ਦਵੈ ਰੰਚਕ
दो रत्तियां त्वै रांचक परमान सम, दो रत्तियां दे बराबर अंगरीन सुधारी, कढ़ी हथ दे नाल कढ़ी, कर गुलका कर तर तली, गोली बना के हथ उत्ते रखी, कर गुलका कर तर तरी, ले वहोर कटोरा, फिर की है कटोरा लिया, किहड़ा कटोरा जिहदे विच भंग अते बदामां दीआं गिरियां दी शरदाई घोट के लिआंदी गई सी। करियो पान सुखा तवै हित मादक जोरा, उन्हें फिर वो सुखे का भरिया होया कटोरा पी लिया, जिस नाल बहुत ज़्यादा मादक जोरा, जोर का नशा हो गया। मावा खाए अफीम को पुन सोच छनाना, जदों ये मावा खाधा अफीम का नशा किया, फिर गुरु जी जिहड़ा है इशनान करन गए। 4 बजे 5 बजे उठ के जिहड़ा शाम नूं चाह वेले का टाइम हुंदा, उस वेले गुरु जी ने ये सब कुछ छकिया, फिर सुरती थोड़ी जी कायम होई, फिर गुरु जी इशनान करन गए। तब के लागे खान नित दिन परत अधिकाना, उस दिन तो भाव हाले उदों साहिबजादा अजीत सिंह का जन्म होया सी, ते अगों 3 साहिबजादा दा हाले जन्म नहीं होया सी। भाव ये गल हैगी आ जदों गुरु साहब की उम्र सिर्फ 22-23 साल की सी, उदों तो नशा करन लगे। देखो किन्ने शरारत वध तरीके दे नाल कवि संतोख सिंह जो सिੱਖੀ ਸਰੂਪ ਵਿੱਚ है, जड़ कित्थे है बचित्र नाटक से, क्योंकि कृष्ण जी नूं नशे कराए, बदला वो नहीं लैना, क्योंकि पंजाब दे विच किसी का कोई कतल कर दे ना, उहदा फिर बाप दादे का बाबे का भी कई बार बदला अगले पोते आके लैंदे आ। उन्होंने पूरा बदला लिया भी तुसीं कृष्ण जी के बारे कहानियां सुणाउंदे हो, नशा करते सी, लो असीं तुहाडे गुरु गोबिंद सिंह जी नूं नशा करा दांगे। तां कहंदे उस दिन तो शुरू होया सी, ते फिर कितक दिवस बीते जब एक दिन तब आई, अच्छा मावा खाए अफीम को पुन सोच छनाने, तब के लागे खान नित दिन परत अधिकाने, उस दिन तो खाना शुरू किया, ते हर दिन ये अगे नशा जिहड़ा वधदा ही गया, वधदा ही गया। भाव ये नशे का जिहड़ा सीगा गुरु साहब नूं पक्का नशा लग गया, नशे तो बगैर उन्हां दा मतलब गुजारा नहीं सी हुंदा। ते आओ एक जगह होर पढ़दे हाँ, पुन सतगुर शुभ सदन मह प्रवेश थिर होए, खान पान कर स्वाद जुत ठहरे सब कोए, पैर तीसरे मह उठे आनी शरदाई, तीसरे पैर उठे तो शरदाई आई, विजिया के संग छक लई चित आनंद उपाई, ते उहनूं जिहड़ी शरदाई आई उसनूं भंग दे नाल छक के चित्त दे विच आनंद पैदा गुरु साहब ने किया। ये इत्थे ही बस नहीं, जदों चमकौर की गढ़ी विचों गुरु साहब निकले आ, उदों कोल अफीम ते भंग है नहीं सी। उदों यही कवि संतोख सिंह कह रहा कि गुरु साहब का नशा टुट गया, गुरु साहब ने अक का पत्ता तोड़िया, अक का दुध उस पत्ते उत्ते चोया, तां गुरु साहब ने उसनूं चट्टिया ते नशा पूरा किया। फिर जदों भाई गुलाबा मिलिया ते पहली डिमांड गुरु साहब की उहदे कोलों भंग दी सी, कालियां मिर्चां ते भंग दी। सो मैं ये कहानियां क्यों सुना रहा भाई, जिस ग्रंथ नूं ये कह रहे हो कि ये ग्रंथ गुरु गोबिंद सिंह जी ने इतिहास नूं लिखिया साडे ज्ञान वास्ते, ये मनण वास्ते नहीं, ये सिर्फ साडी इन्फॉर्मेशन वास्ते है। पर साडे विरोधियां ने उस इतिहास दे विरोध विच साडे गुरु गोबिंद सिंह पातशाह जी नूं ही कवि संतोख सिंह जहे लिखारियां तो ऐसे ग्रंथ लिखवा के कि गुरु गोबिंद सिंह जी नशे तो बगैर जी नहीं सी सकते, पक्के नशई सन, भंग दे अते अफीम दे। वो साडे गुरु साहब की इज्जत की तोहीन कीती है, और जड़ उसकी ये बचित्र नाटक है।
ਹੁਣ ਇਹ ਮੈਂ ਤੇ ਦੱਸ ਸਕਦਾ ਕਿੰਨਾ ਕੁਛ ਖਰਾਬਾ ਹੋਇਆ ਹੈ ਤੇ ਹਰ ਚੀਜ਼ ਦੀ ਜੜ ਇੱਕ ਦੂਜੇ ਵਿੱਚ ਹੈ। ਇੱਕ ਦੂਜੇ ਦਾ ਸਹਾਰਾ ਲੈ ਕੇ ਸਾਰੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਰੱਦ ਕਰਨ ਲਈ, ਖਤਮ ਕਰਨ ਲਈ ਲਿਖੇ ਲਿਖਵਾਏ ਗਏ ਨੇ। ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖ ਦਿੱਤਾ ਔਰ ਕਿਸੇ ਗ੍ਰੰਥ ਵਿੱਚ ਲਿਖਿਆ ਕਵੀ ਸੰਤੋਖ ਸਿੰਘ ਨੇ, ਗ੍ਰੰਥ ਨੇ ਸੂਰਜ ਪ੍ਰਕਾਸ਼ ਵਰਗੇ, ਪਰ ਉਸਨੇ ਪੂਰੇ ਗ੍ਰੰਥ ਦੇ ਵਿੱਚ ਇਹੀ ਲਿਖਿਆ। ਫਿਰ ਗੁਰੂ ਸਾਹਿਬ ਨੇ ਇੰਜ ਕੀਤਾ, ਫਿਰ ਗੁਰੂ ਸਾਹਿਬ ਨੇ ਇੰਜ ਕਿਹਾ, ਭਾਵ ਉਹ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਹੀ ਗ੍ਰੰਥ ਲਿਖ ਰਿਹਾ। ਪਰ ਅਸੀਂ ਘੂਕ ਸੁੱਤੇ ਪਏ ਹਾਂ, ਸਾਨੂੰ ਸੱਚ ਚੰਗਾ ਨਹੀਂ ਲੱਗਦਾ। ਮੈਂ ਤਾਂ ਇੱਕੋ ਹੀ ਬੇਨਤੀ ਕਰਾਂਗਾ, ਇਹ ਵੀਡੀਓ ਬਹੁਤ ਲੰਬੀ ਹੋ ਜਾਏਗੀ, ਇਸ ਨੂੰ ਇੱਥੇ ਸੰਕੋਚਦੇ ਹਾਂ। ਜੋ ਥੋੜ੍ਹੇ ਬਹੁਤ ਅੰਸ਼ ਰਹਿ ਗਏ ਨੇ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਇਹ ਸਭ ਕੁਝ ਸਾਡੇ ਸਤਿਗੁਰਾਂ ਦੀ ਸ਼ਖਸੀਅਤ ਨੂੰ ਮਲੀਨ ਕਰਨ ਵਾਸਤੇ ਔਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਸਾਰੇ ਗ੍ਰੰਥ, ਜਿੱਦਾਂ ਕਹਿੰਦੇ ਨਾ ਵਿਰੋਧੀ ਲੌਬੀ ਸਾਰੀ, ਉਹ ਜਿਹੜੇ ਗ੍ਰੰਥ ਨੂੰ ਹੱਥ ਲਾਓਗੇ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਵਿਚਿੱਤਰ ਨਾਟਕ, ਵਾਲੇ ਵਾਲੀ ਜਨਮ ਵਿਸਾਖੀ ਜਾਂ ਸੂਰਜ ਪ੍ਰਕਾਸ਼ ਗ੍ਰੰਥ, ਜਿਸ ਨੂੰ ਵੀ ਹੱਥ ਲਾਓਗੇ ਅੱਗੋਂ ਤੁਹਾਨੂੰ ਇਹੀ ਕੁਛ ਮਿਲੇਗਾ। ਤੁਸੀਂ ਹੈਰਾਨ ਹੋ ਜਾਓਗੇ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਸ਼ਖਸੀਅਤਾਂ ਇਹੋ ਜਿਹੀਆਂ ਸਨ, ਪਰ ਇਹ ਮਲੀਨ ਕੀਤਾ ਹੋਇਆ। ਇਹਦੇ ਵਿੱਚ ਕੁਝ ਵੀ ਸੱਚ ਨਹੀਂ ਆ। ਜੇ ਸੱਚ ਲੱਭਣਾ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲੱਭਣਾ, ਹੋਰ ਕਿਤੋਂ ਨਹੀਂ ਲੱਭਣਾ। ਆਓ ਵੀਡੀਓ ਨੂੰ ਇੱਥੇ ਸੰਕੋਚਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ ਚਾਹੁੰਦਾ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਕੋਈ ਗਲਤੀ ਨਾ ਹੋਵੇ। ਉਹੀ ਬੇਨਤੀ ਵਾਰ-ਵਾਰ ਵੀ ਜੇ ਤੁਹਾਨੂੰ ਇਹ ਖੋਜ ਚੰਗੀ ਲੱਗਦੀ ਹੈ, ਅੱਛੀ ਲੱਗਦੀ ਹੈ, ਤੇ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤੇ ਤਾਂ ਕਿ ਇਹ ਸੱਚ ਦਾ ਸੁਨੇਹਾ ਦੂਰ ਤੱਕ ਪਹੁੰਚ ਸਕੇ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।